ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਦੇ ਬਚਨਾਂ ਅਨੁਸਾਰ ਚੌਪਈ ਸਾਹਿਬ ਜੀ ਦੇ ਅਰਥਾਂ ਦੇ ਰੂਪ ਦੇ ਵਿੱਚ ਵਾਹਿਗੁਰੂ ਦੀ ਉਸਤਤ ਕਰਨ ਦਾ ਜੋ ਆਪ ਜੀ ਨੇ ਹੁਕਮ ਬਖਸ਼ਿਆ, ਆਪ ਜੀ ਖੁਦ ਹੀ ਆਪਣੀ ਕਿਰਪਾ ਬਖਸ਼ ਕੇ ਇਹ ਸਭ ਕਰਵਾ ਲੈਣਾ। ਅਰਥ ਹੋ ਨਹੀਂ ਸਕਦੇ, ਕਦੇ ਵੀ ਨਹੀਂ ਹੋ ਸਕਦੇ, ਪਰ ਇੰਨੀ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਉਹ ਵਾਹਿਗੁਰੂ ਨੂੰ ਕੁਛ ਵੀ ਕਹਿ ਦਈਏ ਨਾ ਤੇ ਉਹ ਪ੍ਰਵਾਨ ਕਰ ਲੈਂਦਾ। ਉਹ ਉਹਨੂੰ ਪੂਰਾ ਕਰ ਦਿੰਦਾ, ਕਿਉਂਕਿ ਉਹ ਖੁਦ ਪੂਰਾ ਆ। ਉਹਨੂੰ ਪਤਾ ਇਹਨਾਂ ਦੀਆਂ ਮੇਰੇ ਤੱਕ ਪਹੁੰਚਣੀਆਂ ਨਹੀਂ, ਉਹ ਆਪ ਹੀ ਆ ਕੇ ਲੈ ਲੈਂਦਾ। ਸੋ ਅਸੀਂ ਕਦੇ ਵੀ ਪੂਰੇ ਨਹੀਂ ਪੈ ਸਕਦੇ। ਜਦੋਂ ਉਹ ਚਾਹੁੰਦਾ ਆ ਆਪੇ ਹੀ ਆ ਕੇ ਕਿਰਪਾ ਕਰ ਦਿੰਦਾ। ਭਲਾ ਇੱਕ ਹਨੇਰ ਦੀ ਅੰਸ਼, ਇੱਕ ਹਨੇਰਾ ਕਿਵੇਂ ਉਸ ਸੂਰਜਾਂ ਦੇ ਸੂਰਜ ਦੀ ਉਪਮਾ ਕਰ ਸਕਦਾ? ਕਿਵੇਂ ਉਹਦੇ ਬਾਰੇ ਬੋਲ ਸਕਦਾ? ਨਹੀਂ ਬੋਲ ਸਕਦਾ ਨਾ। ਉਹ ਸੂਰਜਾਂ ਦਾ ਸੂਰਜ ਆ ਤੇ ਅਸੀਂ ਹਨੇਰਿਆਂ ਦੇ ਹਨੇਰੇ। ਵਾਹਿਗੁਰੂ ਵਾਹਿਗੁਰੂ। ਪਰ ਇੱਕ ਮਾਣ ਜ਼ਰੂਰ ਆ, ਇੱਕ ਆਸ ਜ਼ਰੂਰ ਆ, ਇੱਕ ਭਰੋਸਾ ਜ਼ਰੂਰ ਆ, ਕਿਉਂਕਿ ਉਹ ਸੂਰਜਾਂ ਦਾ ਸੂਰਜ ਜਦੋਂ ਕਿਤੇ ਆਪਣੀ ਕਿਰਨ ਬਖਸ਼ ਦਿੰਦਾ ਨਾ ਇੱਕ ਹੀ, ਫਿਰ ਇਸ ਹਨੇਰੇ ਦੇ ਪੱਲੇ ਕੁਛ ਨਹੀਂ ਰਹਿੰਦਾ, ਆਪਣਾ ਆਪ ਮਰ ਜਾਂਦਾ ਫਿਰ ਇਸ ਹਨੇਰੇ ਦਾ। ਕਿਉਂਕਿ ਉਹਦੀ ਇੱਕ ਕਿਰਨ 'ਚ ਇੰਨੀ ਸ਼ਕਤੀ ਆ, ਉਹਦੀ ਇੱਕ ਕਿਰਨ 'ਚ ਇੰਨੀ ਸ਼ਕਤੀ ਆ ਕਿ ਉਹ ਹਨੇਰਿਆਂ ਦੇ ਹਨੇਰੇ ਦੂਰ ਕਰ ਦੇਵੇ। ਆਪਣੇ ਆਪ 'ਚ ਹੀ ਸਮਾ ਲੈਂਦਾ ਫਿਰ ਉਹ। ਜਿੱਥੇ ਸੂਰਜਾਂ ਦਾ ਸੂਰਜ ਆਪ ਆ ਕੇ ਖੜ ਜਾਵੇ, ਉੱਥੇ ਫਿਰ ਹਨੇਰੇ ਦੀ ਕੀ ਔਕਾਤ, ਹਨੇਰੇ ਦੀ ਕੀ ਪਹਿਚਾਣ ਉੱਥੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇੱਕ ਬੇਨਤੀ ਪ੍ਰਵਾਨ ਕਰਨਾ। ਮੈਂ ਫੇਰ ਕਹਿ ਦਿਆਂ, ਅਰਥ ਨਹੀਂ ਹੋ ਸਕਦੇ, ਅਰਥ ਨਹੀਂ ਹੋ ਸਕਦੇ। ਇਹਦੇ ਸ਼ਾਬਦਿਕ ਅਰਥ ਤੁਸੀਂ ਕਿਤੋਂ ਪੜ੍ਹ ਲੈਣਾ, ਜੇ ਪੜ੍ਹਨੇ ਆ ਤੇ ਪੜ੍ਹ ਲੈਣਾ, ਕਿਉਂਕਿ ਉਹਨੇ ਕੀ ਬੁਲਵਾਉਣਾ ਹੈ ਮੈਨੂੰ ਨਹੀਂ ਪਤਾ, ਇਹ ਉਹੀ ਜਾਣਦਾ। ਤੇ ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਉਹ ਪ੍ਰਵਾਨ ਕਰ ਲੈਂਦਾ। ਕੋਈ ਹੋਰ ਕਰੇ ਨਾ ਕਰੇ, ਉਹ ਪ੍ਰਵਾਨ ਕਰ ਲੈਂਦਾ। ਬਸ ਇਸੇ ਗੱਲ ਦੀ ਖੁਸ਼ੀ ਆ। ਉਹ ਭਗਤ ਦੀ ਰੁੱਖੀ ਮਿੱਸੀ ਵੀ ਖਾ ਲੈਂਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
पातशाही 10वीं कब्यो बाच बेनती चो पई हमरी करो हाथ दे रशा पूरन होए चित की इच्छा। ਵੇਖੋ ਗੁਰੂ ਅਰਦਾਸ ਕਰ ਰਿਹਾ ਗੁਰੂ, ਉਹ ਗੁਰੂਆਂ ਦਾ ਗੁਰੂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰ ਰਿਹਾ ਤੇ ਜਾਚ ਸਿਖਾ ਰਿਹਾ ਕਿਵੇਂ ਅਰਦਾਸ ਕਰਨੀ। ਜਿੱਥੇ ਉਹ ਸ਼ਾਹਾਂ ਦਾ ਸ਼ਾਹ ਆ, ਜਿੱਥੇ ਉਹ ਰਾਜਾਨ ਰਾਜ ਆ, ਉੱਥੇ ਜਦੋਂ ਉਹ ਅਰਦਾਸ ਕਰਨ ਬੈਠਦਾ ਨਾ ਉਸ ਅਕਾਲ ਪੁਰਖ ਨੂੰ, ਉੱਥੇ ਫਿਰ ਉਹ ਆਪਣੇ ਆਪ ਨੂੰ ਇੰਨਾ ਛੋਟਾ ਬਣਾ ਲੈਂਦਾ ਹੈ, ਇੰਨਾ ਨੀਵਾਂ ਬਣਾ ਲੈਂਦਾ ਆਪਣੇ ਆਪ ਨੂੰ ਕਿ ਉਸ ਵਾਹਿਗੁਰੂ ਦੇ ਅੱਗੇ ਫਿਰ ਉਹ ਕਿਸੇ ਨੂੰ ਨਹੀਂ ਆਉਣ ਦਿੰਦਾ। ਉਹਦੇ ਬਰਾਬਰ ਉਹ ਨਾ ਖੁਦ ਨੂੰ ਬਿਠਾਉਂਦਾ ਹੈ, ਫਿਰ ਨਾ ਕਿਸੇ ਨੂੰ ਬਹਿਣ ਦਿੰਦਾ। ਜਦੋਂ ਉਹ ਨਿਰੰਕਾਰ ਦੀ ਗੱਲ ਕਰਦਾ ਹੈ, ਫਿਰ ਉੱਥੇ ਉਹ ਆਕਾਰ ਨੂੰ ਵੜਨ ਨਹੀਂ ਦਿੰਦਾ, ਉੱਥੇ ਫਿਰ ਉਹ ਨਿਰੰਕਾਰ ਹੀ ਗੱਜਣ ਦਿੰਦਾ ਫਿਰ ਪੂਰਾ। ਸੋ ਗੁਰੂ ਕਿਉਂ ਆ? ਧਿਆਨ ਨਾਲ ਸੁਣਿਓ, ਗੁਰੂ ਕਿਉਂ ਆ? ਜਦੋਂ ਗੁਰੂ ਨਿਮਾਣਾ ਹੋ ਕੇ ਅਰਦਾਸ ਕਰਦਾ ਹੈ, ਉਦੋਂ ਉਹ ਨਿਮਰਤਾ 'ਚ ਵੀ ਗੁਰੂਆਂ ਦਾ ਗੁਰੂ ਆ। ਉਦੋਂ ਉਹਦੇ ਵਰਗੀ ਨਿਮਰਤਾ ਵੀ ਕਿਸੇ 'ਚ ਨਹੀਂ, ਉਦੋਂ ਨਿਮਰਤਾ 'ਚ ਵੀ ਗੁਰੂਆਂ ਦਾ ਗੁਰੂ ਆ। ਤੇ ਜਦੋਂ ਕਿਸੇ ਦਾ ਸੌਦਾ ਲਾਉਂਦਾ ਫਿਰ ਉਹਦੇ 'ਚ ਵੀ ਉਹ ਗੁਰੂਆਂ ਦਾ ਗੁਰੂ ਆ। ਸੁਣਿਓ ਕਿਵੇਂ ਰਾਜਿਆਂ ਦਾ ਰਾਜਾ ਅਰਦਾਸ ਕਰ ਰਿਹਾ, ਕਹਿ ਰਿਹਾ ਹਮਰੀ ਕਰੋ ਹਾਥ ਦੇ ਰਸ਼ਾ। ਪਿਆਰਿਓ, ਗੁਰੂ ਨੇ ਕਿਸ ਰਮਜ਼ 'ਚ ਬਾਣੀ ਉਚਰੀ ਇਹ ਗੁਰੂ ਹੀ ਜਾਣ ਸਕਦਾ, ਪਰ ਅਸੀਂ ਇਹਨੂੰ ਕਿੱਦਾਂ ਲੈਣਾ, ਕਿਵੇਂ ਆਪਣੇ ਜੀਵਨ ਦੇ ਵਿੱਚ ਇਹਨੂੰ ਢਾਲਣਾ, ਇਹ ਜ਼ਰੂਰੀ ਹੈ ਸਾਡੇ ਲਈ। ਉਹ ਅਰਦਾਸ ਕਰ ਰਿਹਾ ਅਕਾਲ ਪੁਰਖ ਨੂੰ, ਭਾਵੇਂ ਉਹਦੇ 'ਚ ਤੇ ਅਕਾਲ ਪੁਰਖ 'ਚ ਕੋਈ ਫਰਕ ਨਹੀਂ, ਪਰ ਉਹ ਇੱਕ ਜਾਚ ਦੱਸ ਰਿਹਾ। ਇਸ ਜਾਚ ਨੂੰ, ਇਸ ਰਮਜ਼ ਨੂੰ ਅਸੀਂ ਬੜੇ ਹੀ ਪ੍ਰੇਮ ਨਾਲ ਸਮਝਣਾ। ਕਹਿ ਰਿਹਾ ਹਮਰੀ ਕਰੋ ਹਾਥ ਦੇ ਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ। ਤਵ ਚਰਨਨ, ਤੇਰੇ ਚਰਨਾਂ ਦੇ ਵਿੱਚ, ਤਵ ਚਰਨਨ ਮਨ ਰਹਿ ਹਮਾਰਾ, अपना जान करो प्रतपारा, हमरे दुष्ट सबे तुम कावो, आप हाथ दे मोहे बचावो। ਇਹ ਜਿਹੜੀ ਬਾਣੀ ਹੈ ਨਾ, ਹੁਣ ਗੁਰੂ ਸਾਹਿਬ ਇੱਥੇ ਕਹਿ ਰਹੇ ਹਮਰੇ ਦੁਸ਼ਟ ਸਭੈ ਤੁਮ ਕਾਵੋ, ਵੀ ਮੇਰੇ ਸਾਰੇ ਦੁਸ਼ਮਣਾਂ ਨੂੰ ਤੂੰ ਸੌਦਾ ਲਾ ਦੇ, ਮੇਰੇ ਦੁਸ਼ਮਣਾਂ ਨੂੰ ਪਰਾਜਿਤ ਕਰ ਦੇ। ਹੁਣ ਇੱਥੇ ਸਾਡੇ ਦੁਸ਼ਮਣ ਕਿਹੜੇ ਆ? ਸਾਡੇ ਲਈ ਇਹ ਜ਼ਰੂਰੀ ਆ। ਕਿਸੇ ਨੂੰ ਕਾਮ ਤੰਗ ਕਰ ਰਿਹਾ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਲੋਭ, ਕਿਸੇ ਨੂੰ ਸਾਰੇ ਹੀ ਤੰਗ ਕਰ ਰਹੇ ਆ। ਹਉਮੈ ਨੇ ਅੰਦਰ ਅੱਗ ਮਚਾਈ ਆ ਸਾਡੇ ਅੰਦਰ, ਤੇ ਅਸੀਂ ਇਸ ਨੂੰ ਇਸ ਰੂਪ ਦੇ ਵਿੱਚ ਵੀ ਲੈ ਸਕਦੇ ਹਾਂ ਵੀ ਹੇ ਵਾਹਿਗੁਰੂ ਹਮਰੇ ਦੁਸ਼ਟ ਸਭੈ ਤੁਮ ਕਾਵੋ,
ਤੇ ਜੇ ਕੋਈ ਦੁਨਿਆਵਿਕ ਜੀਵਨ ਦੇ ਵਿੱਚ ਕਿਸੇ ਪ੍ਰੋਬਲਮ 'ਚ ਆ, ਕਿਸੇ ਬਾਹਰੀ ਤਾਕਤ ਦੇ ਨਾਲ ਲੜ ਰਿਹਾ, ਉਹ ਫਿਰ ਵੀ ਇਸ ਅਰਦਾਸ 'ਚ ਉਤਰ ਸਕਦਾ। ਉਹ ਫਿਰ ਵੀ ਕਹਿ ਸਕਦਾ, ਹੇ ਵਾਹਿਗੁਰੂ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ। ਆਪਣਾ ਹੱਥ ਰੱਖ ਕੇ ਮੇਰੀ ਰੱਖਿਆ ਕਰ। ਵੇਖ ਲਓ, ਗੁਰੂ ਅਰਦਾਸ ਕਰ ਰਿਹਾ। ਗੁਰੂ ਕਿਉਂ ਅਰਦਾਸ ਕਰ ਰਿਹਾ? ਗੁਰੂ ਕਿਉਂ ਅਰਦਾਸ ਕਰ ਰਿਹਾ? ਗੁਰੂ ਪੂਰਾ ਹੈ ਨਾ, ਫਿਰ ਵੀ ਅਰਦਾਸ ਕਰ ਰਿਹਾ ਗੁਰੂ। ਇਸ ਬਾਰੇ ਅੱਗੇ ਵੀ ਦੱਸਾਂਗੇ ਕਿ ਗੁਰੂ ਕਿਉਂ ਅਰਦਾਸ ਕਰ ਰਿਹਾ। ਗੁਰੂ ਵਾਹਿਗੁਰੂ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ। ਗੁਰੂ ਕਹਿ ਰਿਹਾ, ਗੁਰੂ ਕਹਿੰਦਾ ਮੈਂ ਆਪਣਾ ਹੋਮਵਰਕ ਕਰ ਰਿਹਾ। ਗੁਰੂ ਦਾ ਹੋਮਵਰਕ ਕੀ ਸੀ ਇੱਥੇ? ਉਹ ਕਹਿ ਰਹੇ ਸੇਵਕ ਸਿੱਖ ਸਭੈ ਕਰਤਾਰਾ। ਸੁਖੀ ਬਸੈ ਮੋਰੋ ਪਰਿਵਾਰਾ। ਦੇਖੋ, ਦੋ ਚੀਜ਼ਾਂ ਹੁੰਦੀਆਂ। ਇਸ ਤੁਕ 'ਚ ਨਾ ਬਹੁਤ ਗਹਿਰਾਈ ਆ, ਬਹੁਤ ਜ਼ਿਆਦਾ ਗਹਿਰਾਈ ਆ। ਇੱਕ ਪਾਸੇ ਤੁਹਾਨੂੰ ਗੁਰੂ ਦਾ ਜੀਵਨ ਦਿਸੂਗਾ ਤੇ ਦੂਜੇ ਪਾਸੇ ਤੁਹਾਨੂੰ ਸਿੱਖਿਆ ਮਿਲੂਗੀ ਕਿ ਕਿਵੇਂ ਅਸੀਂ ਵਿਚਰਨਾ। ਗੁਰੂ ਦੇ ਜੀਵਨ ਨੂੰ ਸਮਝਿਓ। ਗੁਰੂ ਉਸ ਅਕਾਲ ਪੁਰਖ ਨੂੰ ਕਹਿ ਰਿਹਾ ਕਿ ਹੇ ਵਾਹਿਗੁਰੂ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਦੋ ਚੀਜ਼ਾਂ ਕਿਹੜੀਆਂ? ਪਹਿਲੀ ਤੁਕ, ਦੇਖੋ, ਜਦੋਂ ਤੱਕ ਦੋਨੇ ਪਾਸੋਂ ਪੂਰਨ ਨਹੀਂ ਹੁੰਦਾ ਨਾ, ਜਦੋਂ ਤੱਕ ਦੋਨੇ ਪਾਸਿਓਂ ਪੂਰ ਨਹੀਂ ਪੈਂਦੀ, ਉਦੋਂ ਤੱਕ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ। ਸਾਚਾ ਸਤਿਗੁਰ ਕਿਆ ਕਰੇ, ਜੇ ਸਿੱਖਾਂ ਮੈਂ ਚੂਕ। ਸਿੱਖ ਦਾ ਵੀ ਪੂਰਨ ਹੋਣਾ ਜ਼ਰੂਰੀ ਆ। ਜੇ ਸਤਿਗੁਰ ਦਾ ਪੂਰਨ ਹੋਣਾ ਜ਼ਰੂਰੀ ਆ ਨਾ, ਗੁਰਸਿੱਖ ਦਾ ਵੀ ਪੂਰਨ ਹੋਣਾ ਜ਼ਰੂਰੀ ਆ। ਜੇ ਗੁਰਸਿੱਖ ਪੂਰਨ ਨਹੀਂ, ਜੇ ਗੁਰਸਿੱਖ ਭਾਣੇ 'ਚ ਨਹੀਂ, ਜੇ ਗੁਰਸਿੱਖ ਹੁਕਮ 'ਚ ਨਹੀਂ, ਫਿਰ ਸਤਿਗੁਰੂ ਵੀ ਕੀ ਕਰੇ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਤੇ ਜੇ ਸਿੱਖ ਪੂਰਾ ਹੈ ਤੇ ਗੁਰੂ ਪੂਰਾ ਨਹੀਂ ਆ, ਫਿਰ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧਲੇ ਕਰਮ ਕਰੇਨ। ਓਏ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੋਲੇਨ। ਜੇ ਗੁਰੂ ਪੂਰਾ ਆ, ਜੇ ਸਿੱਖ ਪੂਰਾ ਆ, ਫਿਰ ਕਾਰਜ ਸਫਲ ਹੁੰਦਾ ਹੈ। ਇੱਕ ਹੁੰਦੀ ਆ ਕੋਸ਼ਿਸ਼, ਆਪਣਾ ਹੋਮਵਰਕ। ਗੁਰੂ ਨੇ ਕੀ ਹੋਮਵਰਕ ਕੀਤਾ? ਗੁਰੂ ਆਪਣੀ ਕੌਮ ਲਈ ਅਰਦਾਸ ਕਰ ਰਿਹਾ ਨਾ, ਸੇਵਕ ਸਿੱਖ ਸਭੈ ਕਰਤਾਰਾ।
गुरु अरदास कर रहा, सुखी बसै मोरो परिवारा, सेवक सिख सबै करतारा। कह रहा मैं अपना होमवर्क कर आया। गुरु ने की होमवर्क किया साडे ते? ये चलदियां तोपां दे अगे खड़े हो जांदे आ। ये परवाह नहीं करदे अगे हाथी आ की आ। ये परवाह नहीं करदे मेरा कद छोटा है कि वड्डा है। कह रहे मैं इन्हां दे विच वो चीज भर आया जिथे मौत नूं भी मखौलां करदे ने। अपना होमवर्क कर आया, अपनी सिक्ख्या दे आया। हुण तू रहम कर, जदों तक तू नहीं मेहर करेगा पूर नहीं पैनी। इसलिए गुरु गोबिंद सिंह अरदास च उतरिया। वो कह रहा हे वाहिगुरु, अपना होमवर्क कर आया। हुण तू अपनी खेड़ चला। हुण तू अपनी मेहर दा मींह वरसा। सुखी वसै मोरो परिवारा, सेवक सिख सबै करतारा। तू अपनी मेहर दा मींह इन्हां मेरे सेवकां ते वरसा। उस अकाल पुरख नूं अरदास दे विच उतरे। हुण इहदे चों सानू की सिक्ख्या मिलूगी? सानू सिक्ख्या ये मिलूगी कि सिखा तू गुरु दे हुक्म ते चल के अपना नेम पक्का कर, अपना अमृत वेला पक्का कर, अपना नितनेम पक्का कर, अपना सहज पाठ पक्का कर, अपना गुरु गुरु जपी चल। ते फिर उन्होंने रोज ही अरदास करके कह दिया कर, हे वाहिगुरु मैं अपना होमवर्क करके आ गया, मैं अपना नेम कर लिया। हुण प्रेम तू बख्श, हुण तू पूरी पा, फिर पूरी पैनी है। तू मेहर कर, तू आनंद बख्श, तू प्रेम बख्श, तू चाहो बख्श। मैं अपना होमवर्क कर आया। एक एक पंक्ति दे विच गुरु साहब दी सिक्ख्यावां भरियां पईयां ने। जे इहनूं गहराई नाल समझीए ते एक एक पंक्ति च ओहदा जीवन झलक रहा गुरु दा। एक एक पंक्ति च मोर अच्छा निज करदै करिए, सब बैरन को आज संगरिया। मोर अच्छा निज करदै करिए, सब बैरन को आज संगरिया। पूर्ण होए हमारी आशा, तोर भजन की रह प्यासा। तुम्हें छाड़ कोई अवर न त्याऊं, जो बर चाहो सो तुम ते पाऊं। कैसी निम्रता च, कैसी निमाणेपन वाली अरदास है। मोर अच्छा निज करदै करिए, सब बैरन को आज संगरिया। हुण इत्थे साडे वैरी किहड़े आ? ਅਸੀਂ ਆਪਣੇ ਵੈਰੀਆਂ ਨੂੰ ਪਛਾਣੀਏ। ਜੇ ਸਾਡੇ ਕੋਲੋਂ ਸਾਡਾ ਮਨ ਨਹੀਂ ਸੰਭਲ ਰਿਹਾ ਤੇ ਸਾਡੇ ਵੈਰੀ ਨੇ ਉਸ ਵਾਹਿਗੁਰੂ ਨੂੰ ਕਹਿ ਦਈਏ, ਸਭ ਬੈਰਨ ਕੋ ਆਜ ਸੰਗਰੀਏ, ਕਿ ਹੇ ਵਾਹਿਗੁਰੂ ਅੱਜ ਮੇਰੇ ਵੈਰੀਆਂ ਨੂੰ ਸੌਦਾ ਲਾ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੈਨੂੰ ਜਪਦਾ ਰਵਾਂ, तेरे जाप दी प्यास मेरे अंदर जागे। तुम्हें छाड़ कोई अवर ना त्याऊं, मेरी टेक तेरे ते रवे। ये मेरी सुरत
दा आधार तू ही रवें सदा, तेरी जगह कोई ना लै पावे, ना कोई इंसान ना कोई होर, तुम्हें छाड़ कोई अवर ना त्याऊं। देख लो जिथे वो अपनी कोशिश आ, उत्थे अरदास च भी यही चीज मंग रहे भी मेरे बस कुछ नहीं, तू मैनू ऐसी कृपा दे कि मैं तेनू ध्याई रवां सदा ही, जो बर चाहूं सो तुम ते पाऊं, मेरी टेक मेरी मंग सदा ही तेरे कोल रवे, वो जगह कोई होर लै ना पावे। सेवक सिख हमारे तारिय, चुन चुन शत्र हमारे मारिय। इमेजिन करना इनू, एक योद्धा जेड़ा पूर्ण आ, जेड़ा संपूर्ण आ, वो जदों जंग दी तैयारी तो पहला अपने वस्त्र पहन रहा होवे ते नाल नाल अरदास च होवे कि चुन चुन शत्र हमारे मारिय, आप हाथ दे मुझे उभरिय, मरण काल का त्रास न वरिय। अपना हथ रख के मेरी रखिया करी, मरण काल का त्रास न वरिय, मैनू मौत दा डर ना सतावे। जिथे ओदा अपना आत्मिक बल आ, उत्थे ओ रहम दी पुकार च, जो सदा हमारे पच्छा, श्री अस्तुज जो करे हो रच्छा। जो सदा हमारे पच्छा पर मतलब सदा ही मेरे पीछे रवी तू, मैं कोई भी कारज रवां करां, मेरे पिछे तेरा हथ होवे, तेरी कृपा मेरे सिर ते होवे। श्री अस्तु जुजू करे और अच्छा, तू मेरी रखिया इदां करी, क्योंकि वो अरदास किन्नू कर रहा, ਜਿਹੜਾ ਪਲਾਂ ਦੇ ਵਿੱਚ ਸਭ ਕੁਝ ਬਣਾ ਦਿੰਦਾ ਹੈ ਤੇ ਪਲਾਂ ਦੇ ਵਿੱਚ ਸਭ ਕੁਝ ਮਿਟਾ ਦਿੰਦਾ ਹੈ, ਉਹਨੂੰ ਕਹਿੰਦੇ ਅਸਤੁਜ। ਸ਼੍ਰੀ ਅਸਤੁਜ ਜੋ ਕਰਿਓ ਰੱਛਾ, ਰਾਖ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਕਿ ਹੇ ਵਾਹਿਗੁਰੂ ਮੇਰੀ ਰੱਖਿਆ ਕਰ, ਅਸੀਂ ਸਿੱਖ तेरे अपना समझ के रखा कर। दीन बंद दुष्टन के हंता, तुम हो पुरी चतुर्दश कंता। काल पाए ब्रह्मा बपतरा, काल पाए शिवजू अवतरा। काल पाए कर विष्णु प्रकाशा, सकल काल का किया तमाशा। दीन बंद दुष्टन के हंता, तुम हो पुरी चतुर्दश कंता। दीन बंद मतलब ਨਿਆਸਰਿਆਂ ਦੇ ਆਸਰੇ। ਦੁਸ਼ਟਨ ਕੇ ਹੰਤਾ ਭਾਵ ਦੁਸ਼ਟਾਂ ਨੂੰ ਮਾਰਨ ਵਾਲੇ ਵਾਹਿਗੁਰੂ। ਦੀਨਾਂ ਦੇ ਨਾਥ, ਦੀਨ ਬੰਦ ਭਾਵ ਨਿਮਾਣਿਆਂ ਦਾ ਮਾਣ। दीन बंद दुष्टन के हंता, तुम हो पुरी चतुर्दश कंता। राख लियो मोहि राखन हारे, साहिब संत सहाय प्यारे। दीन बंद दुष्टन के हंता, तुम हो पुरी चतुर्दश कंता। हे इस सारी पुरी दे मालक, ਨਿਆਸਰਿਆਂ ਦੇ ਆਸਰੇ, ਦੁਸ਼ਟਨ ਕੇ ਹੰਤਾ ਵਾਹਿਗੁਰੂ ਮੇਰੀ ਰੱਖਿਆ ਕਰ।
फिर अगे उस अकाल पुरख दे विशाल स्वरूप की गल कर रहे गुरु साहब हुण ये दसण दी कोशिश है गुरु साहब दी कि तू सारियां तो ही परे आ। काल पाए कर विष्णु प्रकाशा, भी जिहड़ा विष्णु आ ओदे ते वो भी काल स्वरूप हो के आया। अकाल नहीं, काल। काल पाए कर विष्णु प्रकाशा, सकल काल का किया तमाशा। जवन काल जोगी शिव कियो, वेद राज ब्रह्मा जो थियो। जवन काल सब लोक सवारा, नमस्कार है ताहे हमारा। हुण देखो गुरु नमस्कार किनू कर रहा, गुरु खुद किनू नमस्कार कर रहा, ओनू नमस्कार कर रहा जिन्ने विष्णु वर्गे नू अपने काल च रखिया होया, जिन्ने विष्णु नू बनाया, जिन्ने जवन काल जोगी शिव कियो। कई कई तरह दे जोगी शिव पैदा किते जिन्ने वेद राज ब्रह्मा जो थियो, जिन्ने ब्रह्मा नू पैदा किया, जिन्ने शिव जी नू पैदा किया, जिन्ने वड्डे वड्डे जोगियां नू जन्म दिता। जवन काल सब लोक सवारा, जिन्ने इस पूरी सृष्टि नू साजिया, ओनू मेरी नमस्कार है। जवन काल सब जगत बनायो, देव दैंत जशन उपजायो। जिन्ने देवतियां वड्डे वड्डिया तपस्वियां नू जन्म दिता। आद अंत एक है अवतारा, सोई गुरु समझियो हमारा। मेरा गुरु कौन है? मेरा गुरु वड्डिया वड्डिया तपस्वियां नू बनाउण वाला है, जिन्हां नू ये दुनिया रब मन्नी बैठी आ। वो वाहिगुरु उन्हां नू भी बनाउण वाला वाहिगुरु आ। ये कह रहे गुरु साहब। नमस्कार तिस ही को हमारी, सकल प्रजा जिन आप सवारी। सिवकन को सब गुण सुख दियो, सतरन को पल मोह बद कियो। नमस्कार तिस ही को हमारी। मेरी टेक केदे ते आ, मेरी नमस्कार किनू आ, मेरा सीस केदे अगे झुकदा आ? किसे साधु अगे नहीं, किसे झूठे गुरु अगे नहीं झुकदा। मेरा सिर झुकदा आ, मेरी नमस्कार ओनू आ जिन्ने सकल प्रजा जिन आप सवारी, जिन्ने इस सृष्टि नू साजिया। मेरी ओनू नमस्कार है। सिवकन को सब गुण सुख दियो। सिवकन भाव अपने सिखां नू सब गुण सुख दियो, अपने गुण बख्श सानू तेरे सेवकां नू अपने गुण बख्श। शत्रन को पल मोह बद कियो। साडियां शत्रुआं नू, साडियां दुश्मनां नू अपनी किरपा द्वारा सानू इन्नी किरपा बख्श कि इन्हां वैरियां नू असीं सबक सिखा सकीए। घट घट के अंतर की जानत, भले बुरे की पीर पछानत। वो जानी जानिया ना, ओदे तो कुछ भी लुकिया नहीं है। घट घट के अंतर की जानत। इन्हां पशुआं, इन्हां जीवां, एक एक जीव दी पीर तू पछाणन वाला आ। तैनू सारियां दा पता किहदे अंदर की चल रहा, क्योंकि तू सरगुण स्वरूप दे विच इन्हां सारियां दे विच विराजमान है। भले बुरे की पीर पछानत। चंगे मंदे दी हर एक दी पीर पछाणन वाला है तू।
चींटी ते कुंचर स्थूला, सब पर कृपा दृष्ट कर फूला। किड्डी सोहनी पंक्ति। गुरु साहब कह रहे तू इन्ना विशाल आ, तू इन्नी किरपा वाला आ। चीटी मतलब कीड़ी ते कुंचर मतलब हाथी। कह रहे कीड़ी तो लैके हाथी तक पूरे जीवन नूं साजण वाला तू आ। सब पर कृपा दृष्ट कर फूला। कीड़ी तो लैके हाथी तक सारियां जीवां नूं बनाउण वाला तू आ ते इन्हां नूं बना के तू आनंदित हो रहा। तू आनंदित हो रहा इन्हां नूं बना के, खेड नूं रच के। फूला भाव आनंदित होना। सब पर कृपा दृष्ट कर फूला। ये अपनी माया रचा के, ये सृष्टि रचा के इन्हां दी पालना तू आप कर रहा है ते फिर आनंदित हो रहा है। संतन दुख पाए ते दुखी, सुख पाए साधन के सुखी। हुण इस पंक्ति च भी बड़ी वधिया रमज आ। गुरु साहब कह रहे संतन दुख पाए ते दुखी, सुख पाए साधन के सुखी। हुण कि जेड़ा संतां नूं दुखी करदा वो दुखी हुंदा ते सुखी किवें हुंदा? सुख पाए साधन के सुखी। हुण इत्थे सवाल ये बनदा संतां नूं दुखी कौन कर सकदा? असीं सिर्फ ऐसा माहौल ही क्रिएट कर लईए ना कि जिथे एक गुरसिख, जिथे कोई संत रूप बिरती अपना नाम जप सके, उहो जिहा माहौल बना लईए कि जिथे उस भगत नूं, उस संत नूं कोई परेशानी ना होवे। ते उस तो वड्डा सुख असीं किसे संत नूं दे नहीं सकदे। सिर्फ एक माहौल बना लईए ऐसा। संत नूं परवाह कोई नहीं आ, उन्होंने भावें तू दुख ही दे, उन्होंने कोई परवाह नहीं है। पर तेरी सेवा इस रूप च भी मन्नी जा सकती है कि तू बस उन्होंने इहो जिहा माहौल दे देवें ना कि वो जप लवे, वो आराध लवे। वो फिर वो जिस आनंद च ਉਹਦਾ ਹਿੱਸਾ ਤੈਨੂੰ ਵੀ ਮਿਲ ਸਕਦਾ ਫਿਰ, ਕਿਉਂਕਿ ਉਹ ਜਿਹੜੀਆਂ ਫੀਲਿੰਗਸ ਨੇ, ਉਹ ਵਾਈਬ੍ਰੇਸ਼ਨਸ ਨੇ, ਭਗਤ ਦੇ ਲਾਗੇ ਜਿਹੜਾ ਵੀ ਆ ਜਾਂਦਾ, ਭਗਤ ਦੇ ਲਾਗੇ ਦਾ ਭਾਵ ਜਿਹੜਾ ਵੀ ਉਸ ਦੇ ਸੰਪਰਕ 'ਚ ਆ ਜਾਂਦਾ, ਜਿਹੜਾ ਕੋਈ ਉਹਨੂੰ ਉਹੋ ਜਿਹਾ ਮਾਹੌਲ ਬਖਸ਼ ਦਿੰਦਾ, ਦੁਨਿਆਵੀ ਕਹਿ ਲਓ ਜਾਂ ਕੋਈ ਵੀ ਐਸਾ ਮਾਹੌਲ ਬਖਸ਼ ਦਿੰਦਾ ਜਿੱਥੇ ਉਹ ਭਗਤ ਉਸ ਵਾਹਿਗੁਰੂ ਦੀ ਉਸਤਤ ਨੂੰ ਉਚਾਰਨ ਦੇ ਵਿੱਚ ਖੁਸ਼ੀ ਪ੍ਰਗਟ ਕਰੇ, ਖੁਸ਼ੀ ਮਹਿਸੂਸ ਕਰੇ, ਤੇ ਫਿਰ ਉਹ ਵਾਤਾਵਰਨ ਦੇ ਵਿੱਚ ਜਿਹੜਾ ਵੀ ਆਊਗਾ ਉਹਦਾ ਭਲਾ ਹੀ ਹੋਣਾ। ਇਸ ਕਰਕੇ ਕਦੇ ਵੀ ਕਿਸੇ ਦੀ ਭਗਤੀ ਦੇ ਵਿੱਚ ਅੜਚਨ ਨਹੀਂ ਬਣਨਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ साधन के सुखी। एक एक की पीर पछानै, घट घट के पट पट की जानै। जब उद करख करा करतारा, प्रजा तरत तब देह अपारा। जब आकरख करत हूँ कब हूँ, तुम मैं मिलत दे तर सब हूँ। ਕਹਿੰਦੇ ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਦੋਂ ਉਸਨੇ ਇਸ ਸ੍ਰਿਸ਼ਟੀ ਦੀ ਸਾਜਣਾ ਕਰਨ ਦੀ ਸੋਚੀ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਤਾਂ ਇਸ ਪੂਰੀ ਸ੍ਰਿਸ਼ਟੀ ਦੀ ਸਾਜਣਾ ਹੋ ਗਈ।
जब आकर्ख करत हूँ कब हूँ, तुम मैं मिलत दे तर सब हूँ। ਤੇ ਜਦੋਂ ਉਹ ਇਸ ਸਾਰੀ ਖੇਡ ਨੂੰ ਬੰਦ ਕਰ ਦਿੰਦਾ ਹੈ, ਆਪਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਪੜ੍ਹਦੇ ਹਾਂ, ਕਈ ਵਾਰ ਪਸਰਿਓ ਪਸਾਰ, ਵੀ ਕਈ ਵਾਰ ਇਹ ਧਰਤੀ ਉਪਜੀ ਆ, ਕਈ ਵਾਰ ਉਜੜੀ ਆ। ਉਹੀ ਗੁਰੂ ਸਾਹਿਬ ਇੱਥੇ ਕਹਿ ਰਹੇ, ਤੂੰ ਬਣਾਉਣ ਵਾਲਾ ਆ, ਤੂੰ ਖਤਮ ਕਰਨ ਵਾਲਾ ਆ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇ ਅਪਾਰਾ। ਤੇ ਜਦੋਂ ਤੂੰ ਇਸ ਨੂੰ, ਇਸ ਪੂਰੇ ਪਸਾਰੇ ਨੂੰ ਸਮੇਟ ਲੈਣਾ ਹੈ, ਫਿਰ ਇਹ ਸਾਰੀ ਕਾਇਨਾਤ ਤੇਰੇ 'ਚ ਹੀ ਸਮਾ ਜਾਂਦੀ ਹੈ। जब अकर्ख करत हूँ कब हूँ, तुम मैं मिलत देह तर सब हूँ। ਇਹ ਫਿਰ ਸਾਰੀ ਕਾਇਨਾਤ ਤੇਰੇ 'ਚ ਹੀ ਸਮਾ ਜਾਂਦੀ ਹੈ ਜਦੋਂ ਤੂੰ ਇਸ ਤਮਾਸ਼ੇ ਨੂੰ ਬੰਦ ਕਰ ਲੈਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਹਰਿ ਆਲਮ। ਕਹਿੰਦੇ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਪਿਆਰਿਓ, ਕੁਦਰਤ ਵੱਲ ਦੇਖੀਏ, ਕਿੰਨਾ ਵੱਡਾ ਸਿਸਟਮ ਬਣਿਆ, ਇਹ ਕਿੱਦਾਂ ਉਪਜਿਆ। ਇਹ ਵਾਹਿਗੁਰੂ ਨੇ ਆਪ ਸਾਜਿਆ। ਆਪਾਂ ਦੇਖੀਦਾ ਨਾ, ਅਜੇ ਵੀ ਕੁਦਰਤ ਦੇ ਵਿੱਚ ਅਨੇਕਾਂ ਐਸੇ ਰਾਜ਼ ਨੇ ਜਿਹੜੇ ਸਾਇੰਸ ਨਹੀਂ ਸਮਝ ਪਾਈ, ਤੇ ਉਹ ਵਾਹਿਗੁਰੂ ਕਿੰਨੀ ਵੱਡੀ ਬੁੱਧੀ ਦਾ ਮਾਲਕ ਆ, ਉਹ ਕਿਸੇ ਦੀ ਸਮਝ 'ਚ ਨਹੀਂ ਆਉਂਦਾ। ਜਿਹੜੀ ਚੀਜ਼ ਉਹਨੇ ਆਪਣੀ ਬੁੱਧੀ ਦੇ ਨਾਲ ਬਣਾ ਦਿੱਤੀ, ਉਹ ਫਿਰ ਇਨਸਾਨ ਨੂੰ ਸਮਝ ਨਹੀਂ ਆਉਂਦੀ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ। ਦੇਖੋ, ਉਹਨੇ ਮਾਇਆ ਬਣਾਈ, ਪਰ ਫਿਰ ਵੀ ਤੁਮ ਸਭ ਹੀ ਤੇ ਰਹਿਤ ਨਿਰਾਲਮ। ਜਿੱਥੇ ਉਹ ਕੁਦਰਤ ਕਰਕੇ ਵਸਿਆ ਸੋਇਆ, ਪੰਕਤੀਆਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਕੁਦਰਤ ਕਰਕੇ ਵਸਿਆ ਸੋਏ। ਜਿਵੇਂ ਇੱਕ ਘੁਮਿਆਰ ਆ, ਤੇ ਘੁਮਿਆਰ ਭਾਂਡਾ ਤੇ ਬਣਾ ਸਕਦਾ, ਪਰ ਕੀ ਉਹ ਭਾਂਡੇ ਦਾ ਰੂਪ ਹੋ ਸਕਦਾ? ਕੀ ਉਹ ਭਾਂਡੇ 'ਚ ਸਮਾ ਸਕਦਾ? ਨਹੀਂ ਸਮਾ ਸਕਦਾ ਨਾ। ਤੇ ਜਿਹੜਾ ਇਹ ਘੁਮਿਆਰ ਆ, ਇਹ ਕੁਦਰਤ ਕਰਕੇ ਵਸਿਆ ਸੋਏ। ਤੇ ਜਿੱਥੇ ਉਹਦਾ ਇਹ ਵਾਲਾ ਸਰੂਪ ਆ, ਉੱਥੇ ਉਹਦਾ ਇਹ ਵਾਲਾ ਵੀ ਸਰੂਪ ਹੈ, ਵੀ ਤੁਮ ਸਭ ਹੀ ਤੇ ਰਹਿਤ ਨਿਰਾਲਮ। ਕਿ ਤੂੰ ਇਸ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਨਹੀਂ ਆ, ਤੂੰ ਇਸ ਜਾਲ ਤੋਂ ਪਰੇ ਆ, ਤੂੰ ਨਿਰਲੇਪ ਆ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਹਰਿ ਆਲਮ। ਜਾਨਤ ਬੇਦ ਭੇਦ ਅਰ ਆਲਮ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਜਿਹੜੇ ਵੇਦ ਨੇ, ਵੇਦ ਕਤੇਬ ਨੇ, ਇਹੀ ਕੁਛ ਦੱਸ ਰਹੇ। ਇਹ ਵੀ ਤੇਰੀ ਉਪਮਾ ਬਿਆਨ ਕਰ ਰਹੇ। ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਨਿਰੰਕਾਰ ਨਿਰਵਕਾਰ ਨਿਰਲੰਭ, ਵਾਹਿਗੁਰੂ ਦੀ ਉਸਤਤ ਕਰ ਰਹੇ ਗੁਰੂ ਸਾਹਿਬ। ਨਿਰੰਕਾਰ ਮਤਲਬ ਜਿਹੜਾ ਆਕਾਰ ਤੋਂ ਰਹਿਤ ਆ। ਨਿਰਵਿਕਾਰ, ਜਿਹਦੇ 'ਚ ਕੋਈ ਵਿਕਾਰ ਨਹੀਂ ਆ। ਨਿਰਲੰਭ,
ਇਹ ਉਹ ਵਾਲੀ ਛੱਤ ਆ ਜਿਹਨੂੰ ਕਿਸੇ ਬੀਮ ਦੀ ਲੋੜ ਨਹੀਂ। ਸਾਰਿਆਂ ਦੀ ਟੇਕ ਉਹਦੇ ਤੇ ਆ, ਪਰ ਉਹਨੂੰ ਕਿਸੇ ਦੀ ਟੇਕ ਦੀ ਲੋੜ ਨਹੀਂ। ਨਿਰਲੰਭ ਜਿਹੜਾ ਆਪਣੇ ਆਪ ਦੇ ਵਿੱਚ ਰਾਜਾਨ ਰਾਜ ਆ, ਭਾਨਾਨ ਭਾਨ ਆ, ਦੇਵਾਨ ਦੇਵ ਆ, ਉਹ ਆ ਨਿਰਲੰਭ ਜਿਹਨੂੰ ਕਿਸੇ ਦੀ ਆਧਾਰ ਦੀ ਲੋੜ ਨਹੀਂ। ਆਦ ਅਨੀਲ ਅਨਾਦ ਅਸੰਭ। ਆਦ ਜਿਸ ਤੋਂ ਇਸ ਪੂਰੀ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ, ਜਿਨਨੇ ਸ੍ਰਿਸ਼ਟੀ ਦੀ ਵੀ ਸ਼ੁਰੂਆਤ ਕੀਤੀ। ਆਪਾਂ ਇਨਸਾਨ ਤਾਂ ਬਾਅਦ ਚ ਆਏ ਆ ਨਾ, ਪਹਿਲਾਂ ਸ੍ਰਿਸ਼ਟੀ ਬਣੀ, ਪਰ ਤੂੰ ਤਾਂ ਉਸ ਤੋਂ ਵੀ ਪਹਿਲਾਂ ਦਾ ਆ। ਆਦ ਅਨੀਲ ਅਨਾਦ ਅਸੰਭ। ਤੈਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ, ਤੈਨੂੰ ਖੜਾ ਕਰਨ ਵਾਲਾ ਕੋਈ ਨਹੀਂ ਹੈ। ਤੂੰ ਆਪਣੇ ਆਪ ਦੇ ਵਿੱਚ ਸੁਪਰੀਮ ਹੈ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨਾ ਪਾਵਤ ਵੇਦਾ। ਤਾਂ ਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਕਹਿੰਦੇ ਇਹ ਮੂਰਖ ਲੋਕ ਉਹਦਾ ਭੇਦ ਪਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਪਾ ਨਹੀਂ ਸਕਦੇ। ਇਹ ਉਹਨੂੰ ਪੱਥਰ ਕਹਿ ਕੇ ਸੰਬੋਧਨ ਕਰਦੇ ਆ, ਉਹਨੂੰ ਪੱਥਰ ਦੇ ਰੂਪ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਵਾਹਿਗੁਰੂ ਦੇ ਸਰੂਪ ਨੂੰ ਜਾਣ ਨਹੀਂ ਪਾਉਂਦੇ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨ ਪਿਵ। ਕਹਿੰਦੇ ਇਹ ਮਹਾਦੇਵ ਨੂੰ ਸ਼ਿਵ ਕਹਿੰਦੇ ਆ, ਨਿਰੰਕਾਰ ਕਾ ਚੀਨਤ ਨ ਪਿਵ। ਹੁਣ ਦੇਖੋ ਇੱਥੇ ਨਾ ਸਮਝਣ ਵਾਲੀ ਗੱਲ ਆ। ਕਈਆਂ ਨੂੰ ਲੱਗੂਗਾ ਸ਼ਾਇਦ ਇੱਥੇ ਮਹਾਦੇਵ ਦੀ ਨਿੰਦਿਆ ਕਰ ਰਹੇ ਗੁਰੂ ਸਾਹਿਬ, ਪਰ ਨਿੰਦਿਆ ਨਹੀਂ ਕਰ ਰਹੇ। ਗੁਰੂ ਸਾਹਿਬ ਤਾਂ ਖੁਦ ਲਈ ਵੀ ਕਹਿ ਗਏ कि जो हमको परमेश्वर उच्चर हैं ते सब नरक कुंड में पर हैं। वो तो पहले ही कह गए कि परमेश्वर निरंकार सिर्फ एक वाहिगुरु आ। वो गल वखरी है कि गुर परमेश्वर इको जान। वो गल वखरी है कि असी जदों गुरु तो कुछ लेना है, असी उन्हों वाहिगुरु दा रूप समझ के लेना है। असी जदों अरदास करनी है, असी दोनों च कोई भेद नहीं करना। गुरु साहब ने तो खुद लिए भी कह दिता, ते वो गुरु जदों अरदास रूप दे विच उतरदा है, फिर वो उस निरंकार दे लागे ना खुद नूं आउण दिंदा है, ना किसी नूं आउण दिंदा है। वो फिर कह दिंदा तू सुप्रीम है, तू पावर च है, तू राजान राज है। ना मैं कुछ हाँ, ना महादेव कुछ है, कोई कुछ नहीं है। ये समझा रहे गुरु साहब। आप अपनी बुद्ध है जेती, बरनत भिन्न भिन्न तू है तेती। कहते जिन्ना का किसी नूं पता है वो उन्ना उन्ना ही बोल रहा है। आप अपनी बुद्ध है जेती, बरनत भिन्न भिन्न तुहें तेती। जिन्ना का किसी नूं जिस रूप दे विच तू किसी नूं प्यारा लगदा है,
ਉਹ ਉਸੇ ਰੂਪ 'ਚ ਤੈਨੂੰ ਧਿਆਉਂਦਾ ਆ, ਉਸੇ ਰੂਪ 'ਚ ਉਹ ਤੈਨੂੰ ਸਮਝਦਾ ਆ। ਬਰਨਤ ਭਿੰਨ ਭਿੰਨ ਤੂਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਤੇਰਾ ਪਸਾਰਾ ਜਾਣਿਆ ਨਹੀਂ ਜਾ ਸਕਦਾ, ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਤੂੰ ਕਿਸੇ ਮਾਪ 'ਚ ਨਹੀਂ, ਤੈਨੂੰ ਮਾਪਿਆ ਨਹੀਂ ਜਾ ਸਕਦਾ। ਇੱਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਅਜੇ ਵੀ ਇੱਕ ਕੁਦਰਤ ਦੇ ਵਿੱਚ ਬਣੇ ਹੋਏ ਜੀਵ ਜਿਹੜੇ ਇਹਨਾਂ ਖੋਜਾਂ 'ਚ ਲੱਗੇ ਨੇ ਕਿ ਧਰਤੀ ਕਦੋਂ ਬਣੀ, ਕਿੰਨੇ ਸਾਲਾਂ ਤੋਂ ਬਣੀ, ਕੀ ਮਾਹੌਲ ਸੀ, ਕਿਵੇਂ ਕੀ ਹੋਇਆ, ਇਹ ਸਭ ਅਜੇ ਵੀ ਜਾਣਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਅਜੇ ਵੀ ਕੋਈ ਸ਼ਿਓਰ ਨਹੀਂ ਹੈ। ਤੇ ਗੁਰੂ ਸਾਹਿਬ ਉਹੀ ਕਹਿ ਰਹੇ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਕਹਿ ਬਿਦ ਵੀ ਕਿਵੇਂ ਇਸ ਸੰਸਾਰ ਦੀ ਉਤਪਤੀ ਹੋਈ, ਕਿਵੇਂ ਇਸ ਸੰਸਾਰ ਨੂੰ ਸਾਜਿਆ ਤੂੰ, ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਇੱਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਕਹਿੰਦੇ ਇੱਕ ਹੈ ਰੂਪ ਅਨੂਪ ਸਰੂਪਾ, ਇੱਕ ਓੰਕਾਰ, ਤੇਰੇ ਇੱਕ ਰੂਪ ਤੋਂ ਹੀ ਅਨੇਕਾਂ ਸਰੂਪ ਬਣੇ ਨੇ। ਇੱਕ ਹੈ ਰੂਪ ਅਨੂਪ ਸਰੂਪਾ। ਹੁਣ ਤੇਰਾ ਰੂਪ ਵੀ ਕਿਵੇਂ ਕਹੀਏ, ਤੂੰ ਰੂਪ ਵੀ ਨਹੀਂ ਹੈ, ਤੂੰ ਰੂਪ ਹੈ ਵੀ, ਤੂੰ ਤਾਂ ਵੀ ਰੂਪ ਨਹੀਂ ਹੈ। ਤੇਰੇ ਉਸ ਅਰੂਪ ਵਾਲੇ ਰੂਪ ਤੋਂ ਹੀ ਕਈ ਅਨੇਕਾਂ ਸਰੂਪ ਤੇਰੇ ਬਣੇ ਹੋਏ ਨੇ। ਰੰਗ ਭਇਓ ਰਾਵ ਕਹੀ ਭੂਪਾ। ਭਿਖਾਰੀਆਂ 'ਚ ਵੀ ਤੂੰ ਆ, ਰਾਜਿਆਂ 'ਚ ਵੀ ਤੂੰ ਆ। ਅੰਡਜ ਜੇਰਜ ਸੇਤ ਯਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਅੰਡਜ ਜਿਨ੍ਹਾਂ ਜੀਵਾਂ ਦਾ ਜਨਮ ਆਂਡੇ ਤੋਂ ਹੋ ਰਿਹਾ, ਜੇਰਜ ਇਨਸਾਨੀ ਰੂਪ ਦੇ ਵਿੱਚ ਜਾਂ ਉਸ ਸਿਸਟਮ ਦੇ ਨਾਲ, ਜਿਸ ਸਿਸਟਮ ਦੇ ਨਾਲ ਇਨਸਾਨ ਪੈਦਾ ਹੁੰਦਾ। ਕੋਈ ਅੰਡਜ ਤੋਂ ਪੈਦਾ ਹੋ ਰਿਹਾ, ਕੋਈ ਜੇਰਜ ਤੋਂ, ਕੋਈ ਸੇਤਜ ਤੋਂ। ਸੇਤਜ ਭਾਵ ਜਿਵੇਂ ਆਪਾਂ ਠੇਠ ਪੰਜਾਬੀ 'ਚ ਕਹਿੰਦੇ ਨਾ, ਸਲਾਬ ਤੋਂ ਕਈ ਜੀਵ ਪੈਦਾ ਹੋ ਜਾਂਦੇ। ਅੰਡਜ ਜੇਰਜ ਸੇਤ ਯਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਉਤਪੁਜ ਖਾਨ ਬਹੁਰ ਰਚ ਦੀਨੀ। ਫਿਰ ਇਹਨਾਂ ਜੀਵਾਂ ਲਈ ਤੂੰ ਆਹਾਰ ਬਣ ਕੇ, ਖੁਦ ਹੀ ਫਸਲਾਂ ਬਣ ਕੇ ਪੈਦਾਵਾਰ ਹੋ ਰਹੀ ਆ। ਹਰ ਚੀਜ਼ 'ਚ ਤੂੰ ਆਪ ਬੈਠਾ ਹੋਇਆ, ਕੁਦਰਤ ਕਰਕੇ ਵਸਿਆ ਸੋਏ। कहूँ फूल राजा मैं बैठा, कहूँ सिमट भयो शंकर इकट्ठा। ਕਦੇ ਤੂੰ ਕਿਸੇ ਦੀ ਮੱਤ ਦੇ ਵਿੱਚ ਇੰਨਾ ਵਿਸ਼ਾਲ ਆ, ਇੰਨਾ ਵਿਸ਼ਾਲ ਆ, ਐਂਡਲੈਸ ਆ, ਐਂਡਲੈਸ। ਤੇ ਕਦੇ ਤੂੰ ਕਿਸੇ ਦੀ ਮੱਤ ਦੇ ਵਿੱਚ ਪੱਥਰ ਰੂਪ ਆ, ਸ਼ੰਕਰ ਰੂਪ ਆ। ਕਦੀ ਕਿਸੇ ਦੀ ਮੱਤ ਦੇ ਵਿੱਚ ਤੂੰ ਲਿਮਿਟ ਰੂਪ ਦੇ ਵਿੱਚ ਬੈਠਾ। ਤੈਨੂੰ ਉਹਨੇ ਸਮੇਟ ਕੇ ਰੱਖਿਆ ਹੋਇਆ, ਤੈਨੂੰ ਕਿਸੇ ਬੰਧਨ ਦੇ ਵਿੱਚ ਬੱਝਿਆ ਹੋਇਆ ਆਪਣੀ ਸੁਰਤ ਦੇ ਮੁਤਾਬਿਕ, ਪਰ ਤੂੰ ਹੈ ਨਹੀਂ ਕਿਸੇ ਦੀ ਮੱਤ ਦੇ ਅਨੁਸਾਰ। ਤੈਨੂੰ ਉਹਨੇ ਕਿਤੇ ਸਮੇਟਿਆ ਹੋਇਆ ਤੇ ਕਿਤੇ ਤੂੰ ਕਿਸੇ ਦੀ ਮੱਤ ਦੇ ਅਨੁਸਾਰ
कहूँ फूल राजा मैं बैठा। ਕਿਸੇ ਦੀ ਮਤ ਦੇ ਅਨੁਸਾਰ ਤੂੰ ਰਾਜਿਆਂ ਦਾ ਵੀ ਰਾਜਾ ਆ ਤੇ ਕਿਸੇ ਦੀ ਮਤ ਦੇ ਅਨੁਸਾਰ ਉਹਨੇ ਤੈਨੂੰ ਆਪਣੀ ਮਤ ਦੇ ਅਨੁਸਾਰ ਆਪਣੀ ਇਮੇਜ ਬਣਾਈ ਹੋਈ ਹੈ ਤੇ ਤੂੰ ਹਰ ਇੱਕ ਲਈ ਹੀ ਕਾਰਜ ਕਰੀ ਜਾ ਰਿਹਾ। ਸਗਰੀ ਸ੍ਰਿਸ਼ਟ ਦਿਖਾਏ ਅਜੰਭਵ ਆਦ ਜੁਗਾਦ ਸਰੂਪ ਸੰਭਵ। ਇਸ ਪੂਰੇ ਪਸਾਰੇ ਨੂੰ ਦੇਖ ਕੇ ਇਸ ਬਾਣੀ ਦਾ ਕਰਤਾ ਅਚੰਭਿਤ ਆ। ਉਹਦੇ ਵਿਸ਼ਾਲ ਸਰੂਪ ਨੂੰ ਦੇਖ ਕੇ ਹੈਰਾਨ ਹੋ ਰਿਹਾ ਹੈ। ਆਦ ਜੁਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ ਕਰੋ। ਸਿੱਖ ਉਬਾਰ ਸਿੱਖ ਸੰਗਰੋ। ਹੇ ਰਾਜਿਆਂ ਦੇ ਰਾਜੇ, ਤੂੰ ਮੇਰੀ ਰੱਖਿਆ ਕਰ। ਸਿੱਖ ਉਬਾਰ ਅਸਿੱਖ ਸੰਗਰੋ। ਹੁਣ ਇਹਨੂੰ ਕਿੱਦਾਂ ਲੈਣਾ? ਬਾਣੀ ਕਹਿ ਰਹੀ ਸਿੱਖ ਉਬਾਰ ਅਸਿੱਖ ਸੰਗਰੋ। ਇਹਨੂੰ ਤੁਸੀਂ ਇੱਦਾਂ ਵੀ ਲੈ ਸਕਦੇ ਹੋ ਕਿ ਮੇਰੇ ਅੰਦਰ ਦੇ ਅਸਿੱਖ ਪੁਣੇ ਨੂੰ ਖਤਮ ਕਰਕੇ ਮੇਰੇ ਅੰਦਰ ਸਿੱਖੀ ਦਾ ਪ੍ਰਗਾਸ ਕਰ। ਸਿੱਖ ਉਬਾਰ ਅਸਿੱਖ ਸੰਗਰੋ। ਮੇਰੇ ਅੰਦਰ ਦੀ ਅਸਿੱਖੀ ਨੂੰ ਖਤਮ ਕਰਕੇ ਮੇਰੇ ਅੰਦਰ ਸਿੱਖੀ ਦਾ ਬੀਜ ਪਾ ਦੇ। ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ। ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ। ਮੇਰੀ ਰੱਖਿਆ ਕਰ ਇਹਨਾਂ ਦੁਸ਼ਮਣਾਂ ਤੋਂ। ਜੇ ਅਸ ਤੁਝ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਮੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ। ਕਹਿੰਦੇ ਹੇ ਅਸਤੁਜ, ਜਿਹੜੇ ਤੇਰੇ ਸ਼ਰਣੀ ਪੈ ਜਾਂਦੇ ਨੇ, ਜਿਹੜੇ ਤੇਰੀ ਸ਼ਰਨ ਚ ਆ ਜਾਂਦੇ ਨੇ, ਤਿਨ ਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ। ਜਿਹੜੇ ਤੇਰੇ ਚਰਨਾਂ ਦੇ ਵਿੱਚ, ਜਿਨ੍ਹਾਂ ਦੀ ਟੇਕ ਤੇਰੇ ਚਰਨਾਂ 'ਚ ਆ, ਜਿਨ੍ਹਾਂ ਦੀ ਟੇਕ ਤੇਰੇ ਚਰਨ ਨੇ, ਤਿਨ ਕੇ ਤੂੰ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਐ ਹੈ ਤਾਂ ਕੇ ਕਾਲ ਨਿਕਟ ਨੈ ਹੈ। ਇਹ ਕਿੱਦਾਂ ਹੋ ਸਕਦਾ ਕਿ ਜੋ ਕੱਲ ਕੋ ਇੱਕ ਬਾਰ ਧਿਐ ਹੈ? ਇਹ ਉਹ ਸਮਝ ਸਕਦੇ ਜਿਨ੍ਹਾਂ ਨਾਲ ਇਹ ਬੀਤਦੀ ਆ। ਗੱਲ ਇੱਕ ਵਾਰ ਦੀ ਹੀ ਆ ਤੇ ਇੱਕ ਵਾਰ ਦੀ ਕਾਫੀ ਆ। ਇਸ ਬਾਰੇ ਫੇਰ ਵਿਚਾਰ ਕਰ ਲਵਾਂਗੇ। ਜੋ ਕੱਲ ਕੋ ਇੱਕ ਬਾਰ ਧਿਐ ਹੈ ਤਾਂ ਕਿ ਕਾਲ ਨਿਕਟ ਨੈ ਹੈ। ਉਹਦੇ ਲਾਗੇ ਫਿਰ ਕਾਲ ਨਹੀਂ ਆਉਂਦਾ। ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਰੱਛਾ ਹੋਏ ਤਾਹੇ ਸਭ ਕਾਲਾ। ਕਾਲਾ ਭਾਵ ਸਮਾਂ। ਰੱਛਾ ਹੋਏ ਤਾਹੇ ਸਭ ਕਾਲਾ। ਹਰ ਸਮੇਂ ਉਹਦੀ ਰੱਖਿਆ ਵਾਹਿਗੁਰੂ ਆਪ ਕਰਦਾ ਹੈ। ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਦੁਸ਼ਟਾਂ ਤੋਂ ਫਿਰ ਉਹਨੂੰ ਇੱਕ ਪਲ ਦੇ ਵਿੱਚ ਹੀ ਬਚਾ ਲੈਂਦਾ ਹੈ। ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰ ਹੋ ਤਾਂ ਕਿ ਤਾਪ ਤਿਨਕ ਮੂੰ ਹਰ ਹੋ। ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰ ਹੋ ਤਾਂ ਕਿ ਤਾਪ ਤਿਨਕ ਮੂੰ ਹਰ ਹੋ। ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸਾਸ ਮੈਂ ਸਕੈ ਨਾ ਕੋਈ। ਕਿੰਨਾ ਤੇ ਇਹ ਕਿਰਪਾ ਹੋ ਰਹੀ, ਕਿੰਨਾ ਦੀ ਉਹ ਬਾਂਹ ਫੜਦਾ। ਜਿਹੜੇ
ਪੁਰਖ ਜਵਨ ਪੱਗ ਪਰੇ ਤਿਹਾਰੇ, ਉਹਨਾਂ ਦੀ ਬਾਂਹ ਫੜਦਾ ਜਿਨ੍ਹਾਂ ਦੀ ਟੇਕ ਤੇਰੇ ਚਰਨ ਨੇ, ਉਹਨਾਂ ਦੀ ਬਾਂਹ ਫੜਦਾ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਸਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਵਾਰਾ, ਕਾਲ ਫਾਸ ਤੇ ਤਾਹੇ ਉਬਾਰਾ। एक बार जिन तुम्हें संवारा, काल फास ते ताहे उबारा। जिन नर नाम तिहारो कहा, दार्द दुष्ट दोख ते रहा। ਉਹਦੇ ਨਾਮ ਦੀ ਵਡਿਆਈ ਹੋ ਰਹੀ। ਜਿਨ ਨਰ ਨਾਮ ਤਿਹਾਰੋ ਕਹਾ, ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ। ਦਾਰਦ ਦੁਸ਼ਟ ਦੋਖ ਤੇ ਰਹਾ, ਉਹਨਾਂ ਦੇ ਗਲੋਂ ਦੁੱਖਾਂ ਦਰਦਾਂ ਦਾ ਨਾਸ ਹੋਇਆ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਖੜਗ ਕੇਤ ਕੌਣ ਆ? ਵਾਹਿਗੁਰੂ। ਤੇ ਉਹਨੂੰ ਕਹਿ ਰਿਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ। ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੋਰ ਮੋਹ ਹੋਵੋ ਸਹਾਈ। ਦੁਸ਼ਟ ਦੋਖ ਤੇ ਲਿਹੋ ਬਚਾਈ। ਜਦੋਂ ਵੀ ਅਸੀਂ ਪੰਕਤੀਆਂ ਪੜ੍ਹਨੀਆਂ, ਅਸੀਂ ਖੁਦ ਲਈ ਪੜ੍ਹਨੀਆਂ ਕਿ ਅਸੀਂ ਉਸ ਅਕਾਲ ਪੁਰਖ ਨੂੰ ਸੰਬੋਧਨ ਕਰ ਰਹੇ ਹਾਂ। ਅਸੀਂ ਕਹਿ ਰਹੇ ਹਾਂ, ਇਹ ਰੂਹ ਕਹਿ ਰਹੀ ਆ ਖੜਗ ਕੇਤ ਮੈਂ ਸ਼ਰਨ ਤਿਹਾਰੀ। ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੋਰ ਮੋਹ ਹੋਵੋ ਸਹਾਈ। ਦੁਸ਼ਟ ਦੋਖ ਤੇ ਲਿਹੋ ਬਚਾਈ। ਸਰਬ ਠੋਰ ਮੋਹ ਹੋਵੋ ਸਹਾਈ ਭਾਵ ਮੇਰੀ ਹਰ ਵੇਲੇ ਰੱਖਿਆ ਕਰ। ਹਰ ਕਾਰਜ ਦੇ ਵਿੱਚ ਤੂੰ ਆਪ ਮੇਰੀ ਬਾਂਹ ਫੜ। ਦੁਸ਼ਟ ਦੋਖ ਤੇ ਲਿਹੋ ਬਚਾਈ। ਮੈਨੂੰ ਇਹਨਾਂ ਵਿਕਾਰਾਂ ਤੋਂ ਪਾਸੇ ਰੱਖ, ਮੇਰੇ ਤੇ ਕਿਰਪਾ ਕਰ। ਸੋ ਹੁਣ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਇਸ ਬਾਣੀ ਨੂੰ ਕਿਸੇ ਵੀ ਪ੍ਰਕਾਰ ਪੜ੍ਹ ਲਓ, ਕਿਸੇ ਵੀ ਪ੍ਰਕਾਰ ਗਾ ਲਓ, ਇਹਨੇ ਤੁਹਾਡਾ ਭਲਾ ਹੀ ਕਰਨਾ, ਇਹਨੇ ਨੁਕਸਾਨ ਨਹੀਂ ਕਰਨਾ। ਸੋ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।